ਖਬਰ ਆ ਜਾਂ ਕੀ ਕੁਝ ਵਾਪਰ ਰਿਹਾ ਆ ਸਿੱਖ ਕਮਿਊਨਿਟੀ ਦੇ ਨਾਲ, ਪੰਜਾਬੀ ਕਮਿਊਨਿਟੀ ਦੇ ਨਾਲ, ਉਹ ਆਪਾਂ ਡਿਸਕਸ ਕਰਦੇ ਹਾਂ ਵੀ ਜਿਹੜੀ ਮੇਨ ਚੀਜ਼ ਇਸ ਟਾਈਮ ਕੀ ਆ। ਮੇਨ ਚੀਜ਼ ਇਸ ਟਾਈਮ ਜੋ ਸਿੱਖਾਂ ਦੇ ਅਗੇਂਸਟ ਚੱਲ ਰਹੀ ਹੈਗੀ ਆ, ਉਹ ਟਰਾਂਸਨੈਸ਼ਨਲ ਰਿਪਰੈਸ਼ਨ ਹੈਗਾ। ਬਹੁਤ ਵਾਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਤੁਹਾਨੂੰ ਦੱਸਦੇ ਰਹੇ ਹਾਂ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੁੰਦਾ ਆ, ਜਿੱਥੇ ਤੁਹਾਡੀ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤੁਹਾਨੂੰ ਡਰਾਇਆ ਧਮਕਾਇਆ ਜਾਂਦਾ, ਤੁਹਾਨੂੰ ਮਾਰਿਆ ਜਾਂਦਾ, ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਇਹ ਸਾਰਾ ਕੁਝ ਪ੍ਰੂਵ ਹੋ ਚੁੱਕਾ ਆ। ਭਾਰਤ ਦੀ ਸਰਕਾਰ ਆਪਣੇ ਹੀ ਲੋਕਾਂ ਦੇ ਰਾਹੀਂ ਕਿਸ ਤਰ੍ਹਾਂ ਉਹ ਅਮਰੀਕਾ ਦੇ ਵਿੱਚ, ਕੈਨੇਡਾ 'ਚ ਤੇ ਪਾਕਿਸਤਾਨ, ਇੰਗਲੈਂਡ ਦੇ ਵਿੱਚ ਇਹ ਸਾਰਾ ਕੁਝ ਕਰ ਰਹੀ ਆ। ਸੋ ਇਲੈਕਸ਼ਨਸ ਆ ਰਹੀਆਂ ਆ, ਨਵੰਬਰ ਦੇ ਵਿੱਚ ਇਲੈਕਸ਼ਨਸ ਹੋਣੀਆਂ ਆ, ਸਿਟੀ ਲੈਵਲ ਤੇ ਵੀ ਹੋਣੀਆਂ, ਮੇਅਰ ਦੀਆਂ, ਉਸ ਤੋਂ ਬਾਅਦ ਜਿਹੜੇ ਕਾਂਗਰਸਮੈਨ, ਸੈਨੇਟਰ ਤੇ ਯੂਐਸ ਪ੍ਰੈਜ਼ੀਡੈਂਟ ਦੀ। ਤੇ ਆਪਾਂ ਜਿਹੜੇ ਜਿੰਨੇ ਵੀ ਅਮਰੀਕਨ ਸਿਟੀਜ਼ਨ ਆ, ਵੋਟ ਪਾਉਂਦੇ ਆ, ਜਦੋਂ ਤੁਸੀਂ ਕਿਸੇ ਵੀ ਕੈਂਡੀਡੇਟ ਦੇ ਨਾਲ ਗੱਲ ਕਰਦੇ ਆ, ਕੈਂਡੀਡੇਟ ਨੂੰ ਸਪੋਰਟ ਕਰਦੇ ਆ, ਘੱਟੋ ਘੱਟ ਇਸ ਇਸ਼ੂ ਦੇ ਉੱਤੇ ਜ਼ਰੂਰ ਗੱਲ ਕਰਿਆ ਕਰੋ। ਮੈਂ ਆਪਣਾ ਖੁਦ ਦੱਸਦਾ ਵੀ ਮੈਂ ਜੇ ਕਿਸੇ ਕੈਂਡੀਡੇਟ ਦੇ ਨਾਲ ਗੱਲ ਕਰਦਾ ਆ, ਉਹਨੂੰ ਜ਼ਰੂਰ ਦੋ ਇਸ਼ੂ ਦੇ ਉੱਤੇ ਜ਼ਰੂਰ ਪੁੱਛਦਾ ਵੀ ਭਾਈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹੱਕ ਦੇ ਵਿੱਚ ਤੁਸੀਂ ਆਉਂਗੇ ਕਿ ਨਹੀਂ ਆਉਂਗੇ, ਜਾਂ ਤੁਸੀਂ ਇਹਦਾ ਵਿਰੋਧ ਕਰੋਗੇ। ਤੇ ਦੂਸਰਾ ਜਿਹੜਾ ਸਿੱਖ ਜੈਨੋਸਾਈਡ ਵਾਲਾ ਆ, ਜੇ ਭਾਰਤ ਦਾ ਰੱਖਿਆ ਮੰਤਰੀ ਜਿਹੜਾ ਰਾਜਨਾਥ ਆ, ਉਹ ਕਹਿ ਸਕਦਾ ਵੀ ਸਿੱਖਾਂ ਦਾ ਕਤਲੇਆਮ ਹੋਇਆ ਸੀ 1984 ਚ, ਤੇ ਆਪਾਂ ਕਿਉਂ ਨਹੀਂ ਕਹਿ ਸਕਦੇ? ਕਿਉਂਕਿ ਜੇ ਅਮਰੀਕਾ ਦੇ ਵਿੱਚ ਸਿੱਖ ਜੈਨੋਸਾਈਡ ਦਾ ਮਤਾ ਪਾਸ ਹੁੰਦਾ, ਅਮਰੀਕਾ ਦੀ ਕਾਂਗਰਸ ਦੇ ਵਿੱਚ, ਤੇ ਇਹ ਇੱਕ ਬਹੁਤ ਵੱਡੀ ਗੱਲ ਆ। ਅਰਮੀਨੀਅਨਸ ਨੇ 100 ਸਾਲ ਬਾਅਦ ਜਾ ਕੇ ਇਹ ਜਿਹੜਾ ਰੈਜ਼ੋਲੂਸ਼ਨ ਆ ਉਹ ਪਾਸ ਕਰਾਇਆ ਸੀ। ਸੋ ਦੋ ਚੀਜ਼ਾਂ ਮੇਨ ਆ। ਜੇ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਮੀਡੀਆ ਇਹਨਾਂ ਚੀਜ਼ਾਂ ਦੇ ਉੱਤੇ ਨਹੀਂ ਗੱਲ ਕਰ ਰਿਹਾ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਤੇ ਨਾਲ ਦੀ ਨਾਲ ਸਿੱਖ ਜੈਨੋਸਾਈਡ ਤੇ, ਉਹ ਚਾਹੇ ਤੁਹਾਡਾ ਪੰਜਾਬੀਆਂ ਦਾ ਵੀ ਆ, ਚਾਹੇ ਕਿਸੇ ਸਿੱਖਾਂ ਦਾ ਵੀ, ਉਹ ਤੁਹਾਡਾ ਵਿਰੋਧੀ ਹੈਗਾ ਆ। ਇਹ ਬਿਲਕੁਲ ਦੇਖ ਲੈਣਾ ਚਾਹੀਦਾ। 300 ਤੋਂ ਵੱਧ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੇ ਰੇਡੀਓ ਸਟੇਸ਼ਨਸ, ਟੀਵੀ ਸਟੇਸ਼ਨਸ ਹੈਗੇ ਆ। ਇਹ ਹੁਣ ਤੁਸੀਂ ਦੇਖੋ ਵੀ ਕਿੰਨੇ ਕੁ ਜਾਣੇ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਦੇ ਹੈਗੇ ਆ, ਜਾਂ ਜਿਹੜੇ ਗੱਲਬਾਤ ਕਰਦੇ ਆ ਉਹਨਾਂ ਦੀਆਂ ਲੱਤਾਂ ਕੌਣ ਖਿੱਚਦਾ ਹੈਗਾ। ਇਹ ਜ਼ਰੂਰ ਬੜੀ ਧਿਆਨ ਨਾਲ ਦੇਖਣ ਵਾਲੀ ਗੱਲ ਹੈਗੀ ਆ। ਸੋ ਸਾਡਾ ਜਿਹੜਾ ਮੇਨ ਮਕਸਦ ਆ, ਉਹ ਅੱਜ ਦੀ ਡੇਟ 'ਚ ਇਹ ਹੋਣਾ ਚਾਹੀਦਾ। ਜੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਕੈਲੀਫੋਰਨੀਆ ਦੇ ਵਿੱਚ ਜਿਹੜਾ AB 3027 ਬਿੱਲ ਪਾਸ ਹੋ ਜਾਂਦਾ, ਜਿਹਨੂੰ ਜਸਮੀਤ ਕੌਰ ਬੈਂਸ ਲੈ ਕੇ ਆਈ ਸੀ, ਤੇ ਜੋ ਕੁਝ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸਟੇਟਮੈਂਟਾਂ ਦਿੱਤੀਆਂ, ਜੋ ਕੁਝ ਉਹਨਾਂ ਨੇ ਵੱਖ-ਵੱਖ ਪੁਲਿਸ ਚੀਫਸ ਨਾਲ ਮਿਲ ਕੇ ਗੱਲ ਕੀਤੀ ਹੈ, ਇਹ ਹੋਣਾ ਨਹੀਂ ਸੀ। ਕਿਉਂਕਿ ਇਹ ਉਹਦਾ ਹੀ ਹਿੱਸਾ ਬਣਨਾ ਸੀ ਵੀ ਭਾਈ ਜਿਹੜੀ ਇਹ ਸਰਕਾਰ ਆ, ਇਨਡਾਇਰੈਕਟਲੀ ਇਹਨਾਂ ਬੰਦਿਆਂ ਦੇ ਰਾਹੀਂ ਮਿਸ ਇਨਫੋਰਮੇਸ਼ਨ ਜਿਹੜੀ ਫੈਲਾ ਰਹੀ ਹੈਗੀ ਆ। ਸੋ ਹਰ ਇੱਕ ਜਿਹੜਾ ਪੰਜਾਬੀ, ਸਾਡਾ ਪੰਜਾਬੀ ਜਿਹੜੀ USA ਨੂੰ ਸੁਣ ਰਿਹਾ, ਮੇਰੀ ਉਹਨਾਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਸੀਂ ਚਾਹੇ ਆਪਣੇ ਸਿਟੀ ਕੌਂਸਲ ਦੀ, ਮੇਅਰ ਦੀ, ਸਟੇਟ ਅਸੈਂਬਲੀ ਦੀ, ਸਟੇਟ ਕਾਂਗਰਸਮੈਨ ਦੀ, ਗਵਰਨਰ ਦੀ, ਕਾਂਗਰਸਮੈਨ ਜਿਹੜਾ ਯੂਐਸ ਦਾ ਸੈਨੇਟਰ ਆ, ਚਾਹੇ ਯੂਐਸ ਦਾ ਪ੍ਰੈਜ਼ੀਡੈਂਟ, ਜਿਹਦੀ ਸਪੋਰਟ ਕਰਦੇ ਆ ਨਾ, ਘੱਟੋ ਘੱਟ ਉਹਨਾਂ ਕੋਲ ਆਪਣਾ ਇਹ ਕੰਸਰਨ ਜ਼ਰੂਰ ਦੱਸੋ। ਬਾਕੀ ਅਗਲੀ ਗੱਲ ਆ, ਪੋਲੀਟੀਸ਼ੀਅਨ ਆ, ਉਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਘੱਟੋ ਘੱਟ ਤੁਹਾਡਾ ਇਹ ਤਾਂ ਹੋਊਗਾ, ਜੇ ਤੁਸੀਂ ਇਹ ਕਹੋਗੇ ਵੀ ਨਹੀਂ ਜੀ ਆਹ ਬੰਦਾ ਤਾਂ ਸਿਰਫ ਹਿੰਦੂ ਆ, ਇਹਦੀ ਅਸੀਂ ਵਿਰੋਧ ਕਰਨਾ ਆ। ਪੰਜਾਬੀ ਰੇਡੀਓ USA ਦਾ ਮੇਨ ਮਕਸਦ ਇਹ ਆ ਵੀ ਆਪਾਂ ਸਾਰਿਆਂ ਨੂੰ ਜੋੜਨਾ ਆ, ਚਾਹੇ ਉਹ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਕ੍ਰਿਸਚਨ ਹੋਵੇ। ਸਾਡਾ ਮੇਨ ਮੋਟੋ ਹੀ ਇਹ ਆ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਪਰ ਨਾਲ ਦੀ ਨਾਲ ਜਿਹਦੇ ਨਾਲ ਧੱਕਾ ਜਿੱਥੇ ਵੀ ਹੁੰਦਾ, ਚਾਹੇ ਉਹ ਕ੍ਰਿਸਚੀਅਨਸ ਮਨੀਪੁਰ ਵਿੱਚ ਹੋਣ, ਚਾਹੇ ਉਹ ਮੁਸਲਮਾਨ ਇੰਡੀਆ 'ਚ ਹੋਣ, ਚਾਹੇ ਉਹ ਸਿੱਖ ਇੰਡੀਆ 'ਚ ਹੋਣ, ਚਾਹੇ ਉਹ ਹਿੰਦੂ ਬੰਗਲਾਦੇਸ਼ ਦੇ ਵਿੱਚ ਹੋਣ, ਆਪਾਂ ਚਾਹੇ ਉਹ ਮੁਸਲਮਾਨ ਗਾਜ਼ਾ ਦੇ ਵਿੱਚ ਹੋਣ ਜਾਂ ਲੈਬਨਾਨ ਦੇ, ਜਿਹਦੇ ਨਾਲ ਵੀ ਧੱਕਾ ਹੁੰਦਾ, ਚਾਹੇ ਉਹ ਖੱਬੀ ਵਿਚਾਰਧਾਰਾ ਵਾਲੇ ਪ੍ਰੋਫੈਸਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਹੋਣ, ਜਿਨ੍ਹਾਂ ਨੂੰ ਕਈ ਸਾਲਾਂ ਤੋਂ ਜੇਲ੍ਹਾਂ 'ਚ ਰੱਖਿਆ ਗਿਆ ਹੋਵੇ। ਸੋ ਆਪਾਂ ਹਰ ਇੱਕ ਦੀ ਗੱਲ ਕਰਨੀ ਹੈਗੀ ਆ, ਤੇ ਨਾਲ ਦੀ ਨਾਲ ਆਪਣੀ ਕੌਮ ਦੀ ਵੀ ਗੱਲ ਕਰਨੀ ਹੈਗੀ ਆ। ਹਾਂ, ਜੇ ਤੁਸੀਂ ਸਿਰਫ ਵਿਰੋਧੇ ਕਰੀ ਜਾਓਗੇ ਵੀ ਨਹੀਂ ਜੀ ਇਹਨਾਂ ਨੂੰ ਤਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਬੰਦੇ ਨੂੰ ਸਪੋਰਟ ਕਰਤਾ, ਅਸੀਂ ਇਹਦਾ ਵਿਰੋਧ ਕਰਨਾ। ਜਦੋਂ ਤੁਹਾਨੂੰ ਪਤਾ ਹੋਵੇ, ਹੁਣ ਮੈਂ ਉਹ ਕੈਂਡੀਡੇਟ ਦਾ ਨਾਂ ਨਹੀਂ ਲੈਣਾ ਕਿਉਂਕਿ ਫਿਰ ਉਹ ਲੱਗੂਗਾ ਵੀ ਸ਼ਾਇਦ ਮੈਂ ਉਹਦੀ ਐਡਵਰਟਾਈਜ਼ਮੈਂਟ ਕਰ ਰਿਹਾ। ਜਦੋਂ ਤੁਹਾਨੂੰ ਪਤਾ ਹੋਵੇ ਵੀ 15 ਤੋਂ ਵੱਧ ਸਾਬਕਾ ਮੇਅਰ ਉਸ ਕੈਂਡੀਡੇਟ ਦੀ ਸਪੋਰਟ ਕਰ ਰਹੇ ਆ, ਤੇ ਉਹ ਜਿੱਤਣਾ ਵੀ ਉਸ ਨੇ ਹੀ ਆ, ਤੇ ਤੁਸੀਂ ਉਹਦਾ ਵਿਰੋਧ ਕਰਕੇ ਤੇ ਨੈਚੁਰਲੀ ਤੁਸੀਂ ਉਹਨੂੰ ਵਿਰੋਧ 'ਚ ਖੜਾ ਕਰ ਲਿਆ। ਘੱਟੋ ਘੱਟ ਜੇ ਤੁਸੀਂ ਗੱਲਬਾਤ ਕਰੋਗੇ ਅਗਲੇ ਦੇ ਨਾਲ ਵੀ ਭਾਈ ਸਾਡਾ ਵੀ ਆਹ ਕੰਸਰਨ ਆ, ਅਸੀਂ ਵੀ ਇੱਥੇ ਦੇ ਵੋਟਰ ਹੈਗੇ ਇਸ ਸ਼ਹਿਰ ਦੇ, ਤੇ ਜੇ ਉਹ ਤੁਹਾਡੇ ਹੱਕ 'ਚ ਨਹੀਂ ਆਊਗਾ, ਘੱਟੋ ਘੱਟ ਨਿਊਟਰਲ ਤਾਂ ਹੋ ਜਾਊਗਾ ਨਾ।
ਸੋ ਸਾਡਾ ਇਸ਼ੂ ਇਹ ਹੋਣਾ ਚਾਹੀਦਾ, ਨਾ ਕਿ ਵੀ ਜੀ ਉਹ ਫੋਟੋਆਂ ਪਾ ਕੇ ਆਹ ਤਾਂ ਜੀ ਗਦਾਰ ਬਣ ਗਏ, ਆਹ ਹੋ ਗਏ ਹੈਗੇ ਆ। ਸੋ ਇਹ ਬਿਲਕੁਲ ਧਿਆਨ 'ਚ ਰੱਖਣ ਵਾਲੀ ਗੱਲ ਆ। ਰੌਲਾ ਪਾਉਣ ਨਾਲ ਕੁਛ ਨਹੀਂ ਹੋਣਾ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਪਿਛਲੇ ਸਾਲਾਂ 'ਚ ਚੁੱਪ-ਚੁਪੀਤੇ ਕੀ ਗੱਲ ਹੈ, ਇਹ ਤੁਹਾਡੇ ਸਾਹਮਣੇ ਆ। ਨਾਅਰੇ ਲਾਉਣ ਨਾਲ ਇਹ ਗੱਲ ਨਹੀਂ ਬਣਨੀ ਹੈਗੀ। ਸੋ ਜਿਹੜਾ ਬੰਦਾ ਅੱਜ ਦੀ ਡੇਟ 'ਚ ਤੁਹਾਡਾ ਧਿਆਨ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ 2 ਇਸ਼ੂ ਤੋਂ, ਉਹ ਭਾਰਤ ਸਰਕਾਰ ਦਾ ਹੀ ਜਿਹੜਾ ਆ ਸਾਥ ਦੇ ਰਿਹਾ ਹੈਗਾ। ਪੰਜਾਬੀ ਰੇਡੀਓ ਯੂਐਸਏ ਬਾਰੇ ਸਾਰਿਆਂ ਨੂੰ ਪਤਾ ਹੀ ਆ, ਚੈੱਕ ਕਰਕੇ ਇੰਡੀਆ ਵਾਲਿਆਂ ਤੋਂ ਕਾਲ ਕਰਕੇ ਦੇਖ ਲਓ ਵੀ ਕਿਉਂ ਸਾਡੇ ਜਿਹੜੇ ਚੈਨਲ ਆ ਇੰਡੀਆ ਦੇ ਵਿੱਚ ਬੰਦ ਕੀਤੇ ਗਏ ਹੈਗੇ ਆ। ਵੀ ਅਸੀਂ ਇੰਡੀਆ ਦੀ ਸਿਫਤ ਕਰਦੇ ਆ ਜਾਂ ਅਸੀਂ ਜੋ ਉੱਥੇ ਜੋ ਕੁਝ ਵਾਪਰਦਾ ਸੱਚ ਕਹਿੰਦੇ ਆ, ਇਸ ਕਰਕੇ ਬੰਦ ਕੀਤੇ ਗਏ ਹੈਗੇ ਆ। ਐਵੇਂ ਰੌਲਾ ਪਾਉਣ ਨਾਲ ਕੁਛ ਨਹੀਂ ਬਣਦਾ ਹੈਗਾ। ਸੋ ਇੱਕ ਤਾਂ ਇਹ ਆ ਵੀ ਜਿੱਥੇ-ਜਿੱਥੇ ਵੀ ਇਲੈਕਸ਼ਨ ਹੋ ਰਹੀ ਆ, ਉਸ ਇਲੈਕਸ਼ਨ ਦੇ ਵਿੱਚ ਹਿੱਸਾ ਜ਼ਰੂਰ ਲਓ। ਤੁਸੀਂ ਸਿਟੀਜ਼ਨ ਹੈਗੇ ਆ। ਬਹੁਤ ਸਾਰੇ ਇਸ਼ੂ ਆ, ਸਾਡੇ ਸਿੱਖਾਂ ਦੇ ਵੀ ਇਸ਼ੂ ਹੈਗੇ ਆ, ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਮੇਨ ਇਸ਼ੂ ਆ। ਉਹ ਤੋਂ ਬਾਅਦ ਸਾਡੇ ਇਕੋਨਮੀ ਦੇ ਇਸ਼ੂ ਆ, ਹੋਮਲੈਸਨੈਸ, ਕ੍ਰਾਈਮ, ਜੋ ਵੀ ਲੋਕਲ ਲੈਵਲ ਦੇ ਉੱਤੇ। ਦੂਸਰੇ ਨੰਬਰ ਦੇ ਉੱਤੇ ਜੋ ਜਕਾਰਾ ਮੂਵਮੈਂਟ ਵੱਲੋਂ ਇੱਕ ਹਿਸਟੋਰੀਕਲ ਜਿਹੜਾ ਮਾਰਚ ਆ, ਪਰੇਡ ਜਿਹੜੀ ਸ਼ੁਰੂ ਕੀਤਾ ਗਿਆ ਬੇਕਰਸਫੀਲਡ ਤੋਂ। ਹੁਣ ਆਲਰੇਡੀ ਉਹ ਮੇਰੇ ਖਿਆਲ ਦੇ ਨਾਲ ਡਲੀਨੋ ਦੇ ਵਿੱਚ ਪਹੁੰਚ ਚੁੱਕਿਆ ਹੈਗਾ। ਅੱਜ ਤੇ ਪਹੁੰਚਣਾ ਉਹਨਾਂ ਨੇ ਜੀ, ਤੇ ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਓ। ਜੇ ਤੁਸੀਂ ਹਿੱਸਾ ਨਹੀਂ ਲੈਣੇ ਫਿਰ ਫਾਇਦਾ ਕੀ ਆ? ਕਿਉਂਕਿ ਇਹ ਦੁਨੀਆ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ। 350 ਮੀਲ ਇੱਕ ਸ਼ਹਿਰ ਤੋਂ ਤੁਰ ਕੇ ਕੈਲੀਫੋਰਨੀਆ ਦੀ ਕੈਪੀਟਲ ਤੇ ਪਹੁੰਚਣਾ ਆ। ਉੱਥੇ ਪਹੁੰਚ ਕੇ ਜਿੰਨੇ ਵੀ ਵੱਧ ਤੋਂ ਵੱਧ ਜਿਹੜੇ ਅਸੈਂਬਲੀ ਮੈਂਬਰਸ ਹੈਗੇ ਆ, ਕਾਂਗਰਸਮੈਨ ਹੈਗੇ ਆ, ਤੇ ਈਵਨ ਮੇਰੇ ਖਿਆਲ ਨਾਲ ਤਾਂ ਗਵਰਨਰ ਨੂੰ ਵੀ ਜਿਹੜਾ ਕੰਟੈਕਟ ਕਰਨਾ ਚਾਹੀਦਾ। ਉਹਨਾਂ ਨੂੰ ਜਿੱਦਣ ਐਂਡ ਹੋਣਾ 1 ਨਵੰਬਰ ਨੂੰ, ਉੱਥੇ ਉਹਨਾਂ ਨੂੰ ਦੱਸ ਕੇ ਪੂਰਾ ਮੈਮੋਰੈਂਡਮ ਦੇਣਾ ਹੈ ਵੀ ਹਾਂ 1984 ਸਿੱਖਾਂ ਦਾ ਕਤਲੇਆਮ ਹੋਇਆ ਸੀ ਤੇ ਇਹ ਜਿਹੜਾ ਮਤਾ ਜੇ ਯੂਐਸ ਕਾਂਗਰਸ ਚ ਆਉਂਦਾ ਉਹਦੀ ਸਪੋਰਟ ਕਰੋ। ਸੋ ਇਹ ਰਸਤੇ ਦੇ ਵਿੱਚ ਜਿੱਥੇ ਵੀ ਤੁਰ ਰਹੇ ਆ, ਵੱਧ ਤੋਂ ਵੱਧ ਆਪਣੇ ਸ਼ਹਿਰਾਂ ਦੇ ਵਿੱਚ ਜਿੰਨੇ ਵੀ 100 ਦੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ। ਆਪਣੇ ਸ਼ਹਿਰ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਦੱਸੋ ਵੀ ਭਾਈ ਅਸੀਂ ਕਿਉਂ ਆਹ ਮਾਰਚ ਕਰ ਰਹੇ ਹੈਗੇ ਆ। ਇਹ ਕੋਈ ਜਿਹੜਾ ਤੁਹਾਡੇ ਤੇ ਜ਼ੁਲਮ ਹੋਇਆ 1984 ਤੁਹਾਡਾ ਕਤਲੇਆਮ ਕੀਤਾ ਗਿਆ, ਉਹਦੇ ਬਾਰੇ ਅਮਰੀਕਨ ਲੋਕਾਂ ਨੂੰ ਦੱਸਣਾ ਇਹ ਕ੍ਰਾਈਮ ਨਹੀਂ ਹੈਗਾ। ਸੋ ਇਹ ਮੇਨ ਮੁੱਦਾ ਆ। ਨਾਲ ਦੀ ਨਾਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਜੇ ਬਿੱਲ ਨਹੀਂ ਪਾਸ ਹੁੰਦਾ ਤੇ ਤੁਹਾਡੀ ਆਵਾਜ਼ ਜਿਸ ਤਰ੍ਹਾਂ ਉਹਨਾਂ ਨੇ ਇੰਡੀਆ 'ਚ ਬੰਦ ਕੀਤੀ ਆ, ਬਾਹਰ ਵੀ ਬੰਦ ਹੋ ਜਾਣੀ ਆ। ਨੋ ਮੈਟਰ ਤੁਸੀਂ ਕਿਸਾਨ ਆ, ਨੋ ਮੈਟਰ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਆ, ਨੋ ਮੈਟਰ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹੈਗੇ ਆ, ਇਹ ਸਾਰਾ ਕੁਝ ਬੰਦ ਹੋ ਜਾਣਾ ਹੈਗਾ। ਤੁਸੀਂ ਜੋ ਮਰਜ਼ੀ ਇੱਥੇ ਰੌਲਾ ਪਾਈ ਜਾਓ। ਸੋ ਜਿਹੜਾ ਬੰਦਾ ਤੁਹਾਡੀ ਗੱਲ ਕਰਦਾ ਹੁੰਦਾ ਨਾ ਐਵੇਂ ਮਾੜੇ ਪੁਆਇੰਟ ਕਰਕੇ ਉਹਨਾਂ ਨੂੰ ਕ੍ਰਿਟੀਸਾਈਜ਼ ਨਾ ਕਰਿਆ ਕਰੋ। ਸੋ ਮੇਨ ਥਿੰਗ ਅੱਜ ਦੀ ਇਹ ਆ ਵੀ ਦ ਮੇਨ ਥਿੰਗ ਇਜ਼ ਟੂ ਕੀਪ ਦ ਮੇਨ ਥਿੰਗ। ਸਭ ਤੋਂ ਇੰਪੋਰਟੈਂਟ ਇਸ਼ੂ ਅੱਜ ਦੀ ਡੇਟ ਦੇ ਵਿੱਚ ਇਹ ਹੈਗਾ ਆ। ਉਹ ਤੋਂ ਬਾਅਦ ਹੀ ਸਾਰੇ ਹੋਣੇ। ਜੇ ਤੁਹਾਡੀ ਆਵਾਜ਼ ਹੀ ਬੰਦ ਹੋ ਗਈ ਤਾਂ ਤੁਸੀਂ ਇੱਥੇ ਫਿਰ ਰੌਲਾ ਪਾ ਕੇ ਕੀ ਕਰੋਗੇ? ਠੀਕ ਹੈ ਕਿ ਨਹੀਂ? ਜਦੋਂ ਤੁਹਾਨੂੰ ਗਲਤ ਤੁਹਾਡੇ ਬਾਰੇ ਇਨਫੋਰਮੇਸ਼ਨ ਫੈਲਾ ਦਿੱਤੀ ਗਈ ਵੀ ਭਾਈ ਇਹ ਜਿਹੜੇ ਝੰਡੇ ਚੱਕ ਕੇ ਤੁਰੀ ਫਿਰਦੇ ਆ, ਰੌਲਾ ਪਾਉਂਦੇ ਆ, ਇਹ ਵਾਇਲੈਂਟ ਹੈਗੇ ਆ, ਇਹਨਾਂ ਨੇ ਸਾਨੂੰ ਮਾਰ ਦੇਣਾ ਆ, ਇਹਨਾਂ ਨੇ ਸਾਡੇ ਤੇ ਕਬਜ਼ਾ ਕਰ ਲੈਣਾ ਆ, ਤੇ ਜੇ ਉਹ ਪ੍ਰੂਵ ਕਰਨ ਦੇ ਵਿੱਚ ਕਾਮਯਾਬ ਹੋ ਗਏ, ਜੇ ਕੋਈ ਸਾਡਾ ਭੈਣ ਭਰਾ ਉਦਾਂ ਦੀ ਸ਼ਰਾਰਤ ਕਰ ਦਿੰਦਾ ਹੈ ਵੀ ਕਿਸੇ ਦੇ ਕੁੱਟਮਾਰ ਕਰਦਾ ਤੇ ਫਿਰ ਤਾਂ ਅਗਲੇ ਕਾਮਯਾਬ ਹੋ ਗਏ। ਸੋ ਇਹ ਸਾਰੇ ਤੋਂ ਬਚਣ ਦੇ ਲਈ ਜੋ ਆਪਾਂ ਕਹਿ ਸਕਦੇ ਆ, ਬੋਲ ਸਕਦੇ ਆ। ਦੂਜੀ ਗੱਲ ਇਹ ਆ ਵੀ ਇਹ ਰੌਲਾ ਪਾਉਣਾ ਬਹੁਤ ਆ ਵੀ ਦੇਖੋ ਜੀ ਇਹ ਉੱਥੇ ਰੇਡੀਓ ਤੇ ਬੋਲ ਤਾਂ ਦਿੰਦੇ ਆ, ਇੱਧਰੋਂ ਇੱਧਰ ਵੀ ਜਾਈ ਜਾਂਦੇ ਆ, ਵੀ ਜਾਈ ਜਾਂਦੇ ਆ। ਆਪ ਵੀ ਕਦੇ ਆਪਣੀ ਫੇਸਬੁੱਕ ਤੇ ਪਾ ਲਿਆ ਕਰੋ, ਸੋਸ਼ਲ ਮੀਡੀਆ ਤੇ ਪਾ ਲਿਆ ਕਰੋ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਤੁਸੀਂ ਕਿੰਨੀਆਂ ਕੁ ਪੋਸਟਾਂ ਉੱਥੇ ਵੀਜ਼ਾ ਨਹੀਂ ਲਾਉਣਾ ਫਿਰ ਅਗਲਿਆਂ ਨੇ ਵੀਜ਼ੇ ਕਰਕੇ ਬੋਲਣਾ ਥੋੜੀ ਉੱਥੇ ਇਹੋ ਜਿਹੀ ਚੀਜ਼ ਦੇ ਵਿੱਚ। ਸੋ 2010 ਤੋਂ ਲੈ ਕੇ ਹੁਣ ਤੱਕ ਪੰਜਾਬੀ ਰੇਡੀਓ ਯੂਐਸਏ ਹਮੇਸ਼ਾ ਜਿਹੜਾ ਆ ਕੌਮ ਦੇ ਨਾਲ ਖੜਿਆ ਆ, ਹਮੇਸ਼ਾ ਹੀ ਜਿਹੜੇ ਇਸ਼ੂ ਆ ਮਿਨੋਰਟੀਜ਼ ਦੇ ਨਾਲ ਖੜਿਆ ਆ ਤੇ ਹਮੇਸ਼ਾ ਹੀ ਖੜਦਾ ਰਹੂਗਾ। ਜਿੱਦਣ ਨਾ ਖੜੇ ਉਦੋਂ ਜ਼ਰੂਰ ਸਾਡੀਆਂ ਲਾਈਨਾਂ ਓਪਨ ਹੁੰਦੀਆਂ, ਉੱਪਰ ਆ ਕੇ ਤੁਸੀਂ ਬੋਲ ਸਕਦੇ ਹੋ, ਇਹ ਨਹੀਂ ਹੈ। ਤੇ ਬਾਕੀ ਇੱਕ ਕੁਐਸਚਨ ਜ਼ਰੂਰ ਮੇਰੇ ਜਿੰਨੇ ਸਾਡੇ ਸਰੋਤੇ ਹੈਗੇ ਉਹਨਾਂ ਨੂੰ ਜ਼ਰੂਰ ਹੈਗਾ ਵੀ ਜੇ ਤੁਸੀਂ ਸਾਨੂੰ ਕ੍ਰਿਟੀਸਾਈਜ਼ ਕਰਦੇ ਹੋ, ਆਪਾਂ ਖੁਸ਼ ਹੁੰਦੇ ਆ ਕ੍ਰਿਟੀਸਾਈਜ਼ ਕਰਦੇ, ਸਾਨੂੰ ਵੀ ਉਹਦੇ ਚੋਂ ਅਕਲ ਮਿਲਦੀ ਆ, ਪਰ ਇਹ ਵੀ ਸੋਚ ਲਿਆ ਕਰੋ ਵੀ ਅਸੀਂ ਕਿੰਨਾ ਕਿ ਇਹਨਾਂ ਦਾ ਸਾਥ ਦਿੱਤਾ ਹੈਗਾ ਪਿਛਲੇ 14 ਸਾਲਾਂ ਦੇ ਨਾਲ, ਕਿੰਨੀ ਕਿ ਇਹਨਾਂ ਦੀ ਸਪੋਰਟ ਕੀਤੀ ਹੈਗੀ। ਇੰਨਾ ਜ਼ਰੂਰ ਆਪਣੇ ਆਪ ਨੂੰ ਪੁੱਛ ਕੇ ਦੇਖ ਲਿਓ, ਫਿਰ ਤੁਹਾਨੂੰ ਅੰਦਾਜ਼ਾ ਹੋ ਜਾਊਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਜਿਹੜਾ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਮੁੱਦਾ ਅਹਿਮ ਆ। ਬਾਕੀ ਦੇਖੋ ਇਹ ਜਿੱਦਾਂ ਤੁਸੀਂ ਵੀ ਕੱਲ ਗੱਲ ਕਰ ਰਹੇ ਸੀ ਨਾ ਵੀ ਜਿਹੜੀ ਇਸ ਵਿਚਾਰਧਾਰਾ ਵਾਲੇ ਆ ਉਹਨਾਂ ਦੇ ਵਿੱਚ ਵੀ ਸ਼ਰਾਰਤੀ ਬੜੇ ਹੋਏ ਆ ਤੇ ਉਹਨਾਂ ਨੂੰ ਭਾਈ ਪਛਾਣਨ ਦੀ ਲੋੜ ਆ। ਉਹ ਤੁਹਾਡਾ ਕੰਮ ਉਹਨਾਂ ਨੇ ਕੂੰਡਾ ਕਰਾ ਦੇਣਾ, ਉਹਨਾਂ ਨੇ ਹੀ ਤੁਹਾਨੂੰ ਬਦਨਾਮ ਕਰਾਉਣਾ। ਡਿਸਟਰਕਸ਼ਨ
ਜਿਹੜੀ ਆ ਸਿਰਫ ਤੇ ਸਿਰਫ ਵਿਰੋਧਤਾ ਕਰਨ ਦੀ ਹੀ ਜਿਹੜੀ ਹੈ ਹਰ ਕਿਸੇ ਨੂੰ ਅਕਲ ਆ, ਉਹਨੇ ਉਹੀ ਚੀਜ਼ ਜਿਹੜੀ ਕਰਨੀ ਆ, ਉਹਨਾਂ ਦਾ ਹੋਰ ਕੋਈ ਕੰਮ ਨਹੀਂ। ਜਿਹੜਾ ਅੱਜ ਤੱਕ ਉਹਨਾਂ ਨੇ ਕੰਸਟਰਕਟਿਵ ਕੰਮ ਕੀਤਾ ਆ, ਉਹ ਸਾਰਾ ਜਿਹੜਾ ਆ ਉਹ ਉਹਨਾਂ ਨੇ ਭੁਲਾ ਕੇ ਸਿਰਫ ਤੇ ਸਿਰਫ ਜਿਹੜੀ ਆ ਡਿਸਟਰਕਸ਼ਨ ਵੱਲ ਨੂੰ ਜਿਹੜਾ ਉਹ ਕਰਨਾ। ਆਪ ਉਹਨਾਂ ਨੇ ਕਦੀ ਕੁਝ ਉਸਾਰਿਆ ਨਹੀਂ, ਨਾ ਆਪ ਉਹਨਾਂ ਨੇ ਅੱਜ ਤੱਕ ਕਦੀ ਕੁਝ ਪੋਜ਼ਿਟਿਵ ਕੀਤਾ, ਅਦਰ ਦੈਨ ਜਿਹੜਾ ਆ ਉਹਨਾਂ ਨੇ ਡਿਸਟਰਕਸ਼ਨ ਜਿਹੜੀ ਉਹ ਕੀਤੀ ਆ। ਸੋ ਉਹਨਾਂ ਵੀਰਾਂ ਨੂੰ, ਉਹਨਾਂ ਭੈਣਾਂ ਨੂੰ ਜਿਹੜਾ ਉਹ ਦੇਖਣਾ ਚਾਹੀਦਾ ਆ, ਜਿਹੜੇ ਮੁਤਬਰ ਬੰਦੇ ਬਣੇ ਆ ਉਸ ਜਿਹੜੀ ਮੁਹਿੰਮ ਦੇ, ਉਹ ਮੂਵਮੈਂਟ ਦੇ, ਵੀ ਤੁਹਾਡੇ ਨਾਲ ਕਿੱਦਾਂ ਦੇ ਬੰਦੇ ਜੁੜੇ ਆ ਤੇ ਉਹ ਤੁਹਾਡੇ ਨਾਲ ਲੋਕਾਂ ਨੂੰ ਜੋੜਨ ਦੇ ਆ ਕਿ ਤੋੜਨ ਦੇ ਆ। ਤੁਸੀਂ ਆਪਣੇ ਜਿਹੜੇ ਸਾਥੀਆਂ ਨੂੰ ਗਵਾ ਰਹੇ ਆ ਇੱਥੇ, ਕਿ ਜਿਹੜਾ ਉਸ ਦੇ ਵਿੱਚ ਨਾਲ ਜਿਹੜਾ ਉਦਾਂ ਦੇ ਬੰਦਿਆਂ ਦੇ ਕਰਕੇ ਜਿਹੜਾ ਤੁਸੀਂ ਐਡ ਕਰਾ ਰਹੇ ਆ। ਇਹ ਜਿਹੜਾ ਜ਼ਰੂਰ ਪੀੜੀ ਥੱਲੇ ਸੋਟਾ ਮਾਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਵੀ ਕੀ ਕੁਛ ਜਿਹੜਾ ਆ ਉਸ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਆ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਫੇਮ ਇਦਾਂ ਦੀ ਚੀਜ਼ ਆ, ਲੋਕਾਂ ਨੂੰ ਲੱਗਦਾ ਆ ਵੀ ਇਹੀ ਚੀਜ਼ ਕਰਨ ਦੇ ਵਿੱਚ ਭਲਾਈ ਆ। ਆਪਾਂ ਦੇਖਿਆ ਨਾ ਜਿਹੜਾ ਉਹ ਆਸਟ੍ਰੇਲੀਆ ਵਾਲਾ ਕੀ ਕਰਦਾ ਸੀਗਾ, ਬਾਅਦ ਚ ਉਹਨੇ ਕਿੱਥੇ ਤੱਕ ਜਿਹੜੀ ਗੱਲ ਜਿਹੜੀ ਉਹ ਪਹੁੰਚਾਈ ਸੀ, ਉਹ ਵੀ ਸੋਸ਼ਲ ਮੀਡੀਆ ਦੇ ਫੇਮ ਚੋਂ ਨਿਕਲੀ ਜਿਹੜੀ ਉਹ ਗੱਲ ਸੀ। ਉਹ ਇੱਕ ਗੋਂਦਲ ਜਿਹਾ ਹੈ, ਉਹਦੇ ਉਲਟ ਨਹੀਂ ਕੋਈ ਵੀ ਬੋਲਦਾ। ਉਹੋ ਜਿਹੇ ਦੇ ਖਿਲਾਫ ਜਿਹੜਾ ਇਹਨਾਂ ਕੋਲ ਬੋਲਣ ਲੱਗਿਆ ਜੇਰਾ ਨਹੀਂ ਜਿਹੜਾ ਉਹ ਕਹਿੰਦੇ ਚੱਕਰ ਕੀ ਨਹੀਂ ਉਹ ਪੈ ਜਾਂਦਾ। ਜਦੋਂ ਭਾਰਤ ਦੀ ਸਰਕਾਰ ਦੀ ਗੱਲ ਆਉਂਦੀ ਆ, ਉਦੋਂ ਚੁੱਪ ਹੋ ਜਾਂਦੇ ਆ। ਆਪਣੇ ਲੋਕਾਂ ਦੇ ਉਲਟ ਬੋਲਣ ਨੂੰ ਇਹਨਾਂ ਨੂੰ ਪਤਾ ਨਹੀਂ ਫੰਡ ਮਿਲਦੇ ਆ, ਕਹਿ ਨਹੀਂ ਸਕਦੇ ਮਿਲਦੇ ਆ ਕਿ ਨਹੀਂ, ਪਰ ਆਪਣੇ ਬੰਦਿਆਂ ਦੇ ਖਿਲਾਫ ਜਿਹੜਾ ਉਹ ਜ਼ਰੂਰ ਉਹ ਕਰਨਾ। ਡਿਵਾਈਡ ਐਂਡ ਰੂਲ ਦੀ ਪਾਲਿਸੀ ਜੋ ਉੱਥੇ ਕਰ ਰਹੇ ਸੀ ਵੀ ਆਪਸ ਦੇ ਵਿੱਚ ਲੜਾਈ ਚੱਲੋ, ਉਹੀ ਕੰਮ ਜਿਹੜਾ ਇਹਨਾਂ ਨੇ ਹੁਣ ਇੱਥੇ ਕੀਤਾ ਆ। ਉਹ ਕਹਿੰਦੇ ਵੀ ਜੇ ਮੂਵਮੈਂਟ ਕਾਬੂ ਨਹੀਂ ਆ ਰਹੀ ਤਾਂ ਇਹਨੂੰ ਅੰਦਰੋਂ ਜਿਹੜਾ ਇਸ ਦੇ ਵਿੱਚ ਦਰਾਰਾਂ ਪਵਾਓ, ਇਸ ਦੇ ਵਿੱਚ ਜਿਹੜਾ ਲੋਕਾਂ ਨੂੰ ਇਸ ਦੇ ਨਾਲੋਂ ਤੋੜੋ। ਸੋ ਉਦਾਂ ਦੀਆਂ ਬੇਹੁਦਰੀਆਂ ਜਿਹੜੀਆਂ ਹਰਕਤਾਂ ਕਰਕੇ ਉਹ ਇਹੀ ਕੁਛ ਜਿਹੜਾ ਉਹ ਕਰ ਰਹੇ ਆ। ਹੁੰਦੇ ਇਹ ਚੁੜਿੰਦਾ ਕੁ ਲੋਕ ਹੀ ਨੇ, ਪਰ ਇਹ ਸਾਰਿਆਂ ਨੂੰ, ਪੂਰੀ ਮੂਵਮੈਂਟ ਨੂੰ ਜਿਹੜਾ ਇਹ ਬਦਨਾਮ ਕਰਨਗੇ। ਜਿਹੜੇ ਪਿਛਲੇ ਕਈ ਦਹਾਕਿਆਂ ਦੇ ਵਿੱਚ ਲੋਕਾਂ ਨੇ ਜ਼ੋਰ ਲਾਇਆ ਆ, ਉਹ ਸਭ ਕੁਝ ਜਿਹੜਾ ਇਵੈਂਚੁਅਲੀ ਜਿਹੜਾ ਉਹ ਮਿੱਟੀ ਹੋ ਜਾਣਾ ਆ, ਜੇ ਇਦਾਂ ਦੇ ਲੋਕਾਂ ਨੂੰ ਤੁਸੀਂ ਸਾਂਭਿਆ ਨਾ। ਸੋ ਪਿਛਲੇ 30-35 ਸਾਲਾਂ ਦਾ ਰੈਕਡ ਦੇਖਿਆ ਕਰੋ, ਕਿਸੇ ਨੂੰ ਕ੍ਰਿਟੀਸਾਈਜ਼ ਕਰਨ ਤੋਂ ਪਹਿਲਾਂ ਨਾ ਉਹਨੂੰ ਚੈੱਕ ਕਰ ਲਿਆ ਕਰੋ। ਸੋ ਇੱਕ ਵਾਰੀ ਫੇਰ ਜ਼ਰੂਰ ਮੈਂ ਜਿੰਨੇ ਵੀ ਕੈਲੀਫੋਰਨੀਆ ਦੇ ਸਿਟੀਜ਼ਨ ਹੈਗੇ ਆਪਣੇ ਪੰਜਾਬੀ ਭੈਣ ਭਰਾ, ਐਨਾ ਕੈਬਰਲੇਰੋ ਜੋ ਸੈਨੇਟਰ ਆ, ਜੋ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੀ ਚੇਅਰਮੈਨ ਸੀ, ਜਿਸ ਨੇ ਜੋ AV 3027 ਬਿੱਲ ਆ ਉਸ ਨੂੰ ਪਾਸ ਕਰਨ ਤੋਂ ਨਾ ਕਰ ਦਿੱਤੀ ਸੀ, ਯੂਨੈਨਿਮਸਲੀ ਅਸੈਂਬਲੀ 'ਚ ਪਾਸ ਹੋਇਆ ਸੀ, ਉਹਦੇ ਆਫਿਸ ਕਾਲ ਜ਼ਰੂਰ ਕਰੋ। ਜੇ ਤੁਸੀਂ ਕਾਲ ਹੀ ਨਹੀਂ ਕੀਤੀ ਤਾਂ ਫਿਰ ਤੁਹਾਡਾ ਹੱਕ ਵੀ ਨਹੀਂ ਬਣਦਾ ਹੈਗਾ ਆਪੇ ਸੋਸ਼ਲ ਮੀਡੀਆ ਤੇ ਇਹ ਤਾਂ ਪਾ ਲੈਣ, ਫੋਟੋ ਲਾ ਕੇ ਉੱਤੇ ਨਾਂ ਲੈ ਕੇ, ਉਹ ਤਾਂ ਕਰ ਲੈਣ। ਕਾਲ ਕਰਨ ਨੂੰ ਥੋੜੀ ਕਰਨਾ ਹੈ, ਆਪ ਨਾ ਉੱਥੇ ਜਾਣਾ ਤੇ ਨਾ ਕੁਝ ਕਰਨਾ ਹੈ, ਬਸ ਇੰਟਰਨੈਟ ਮਿਲੀਟੈਂਟ ਬਣ ਕੇ ਜਿਹੜਾ ਬਹਿ ਜਾਣਾ ਆ। ਹੋਰ ਆਪਾਂ ਨੂੰ ਆਉਂਦਾ ਜਾਂਦਾ ਕੁਝ ਵੀ, ਉਹਨਾਂ ਲੋਕਾਂ ਨੂੰ ਬਸ ਇੰਨੇ ਕੁ ਜੋਗੇ ਹੀ ਉਹ ਹੈਗੇ ਆ। ਸੋ ਇੱਕ ਵਾਰੀ ਫੇਰ ਕਿਉਂਕਿ ਹੋ ਸਕਦਾ ਜਿਹੜਾ ਇਹ ਟ੍ਰਾਂਸਨੈਸ਼ਨਲ ਆਪਰੇਸ਼ਨ ਵਾਲਾ ਬਿੱਲ ਦੁਬਾਰਾ ਕੀ ਫੇਰ ਆਪਾਂ ਰਿਕੁਐਸਟ ਕਰਾਂਗੇ ਜਸਮੀਤ ਕੌਰ ਬੈਂਸ ਨੂੰ ਦੁਬਾਰਾ ਕੀ ਬਿੱਲ ਇਹ ਲੈ ਕੇ ਆਂਦਾ ਜਾਵੇ ਆਉਣ ਵਾਲੇ ਸੈਸ਼ਨ ਦੇ ਵਿੱਚ। ਤੇ ਫਿਰ ਐਨਾ ਕੈਬਲੇਰੋ ਦੇ ਆਫਿਸ ਦੇ ਵਿੱਚ ਕਾਲ ਜ਼ਰੂਰ ਕਰੋ, 5592643070 9166514014। ਇਹ ਦੋ ਨੰਬਰ ਹੈਗੇ ਆ, ਆਨਲਾਈਨ ਵੀ ਤੁਸੀਂ ਸਰਚ ਕਰ ਸਕਦੇ ਆ। ਸੋ ਮੈਨੂੰ ਇਹ ਵੀ ਪਤਾ ਲੱਗਾ ਵੀ ਕੁਝ ਫਰਿਜਨੋ ਦੀਆਂ ਸਿੱਖ ਜਥੇਬੰਦੀਆਂ ਤੇ ਜਕਾਰਾ ਮੂਵਮੈਂਟ ਵਾਲੇ ਵੀ ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਨੂੰ ਮਿਲੇ ਹੈਗੇ ਆ। ਹੋਪਫੁਲੀ ਐਨਾ ਕੈਬਲੇਰੋ ਦਾ ਜਿਹੜਾ ਵਿਊ ਪੁਆਇੰਟ ਆ ਚੇਂਜ ਹੋਵੇ ਇਸ ਇਸ਼ੂ ਦੇ ਉੱਤੇ, ਉਹ ਜ਼ਰੂਰ ਤੁਹਾਡੇ ਨਾਲ ਆਪਾਂ ਅਪਡੇਟ ਕਰਦੇ ਰਹਾਂਗੇ। ਸੋ ਹਰ ਇੱਕ ਪੋਲੀਟੀਸ਼ੀਅਨ, ਨੋ ਮੈਟਰ ਉਹ ਹਿੰਦੂ ਆ, ਸਿੱਖ ਆ, ਮੁਸਲਮਾਨ ਆ, ਕ੍ਰਿਸਚੀਅਨ ਆ, ਗੋਰਾ, ਜਿਹੜਾ ਮਰਜ਼ੀ ਹੋਵੇ, ਕਾਲਾ, ਕੋਈ ਵੀ ਆ, ਉਹਦੇ ਨਾਲ ਤੁਸੀਂ ਗੱਲ ਕਰੋ ਜਿਹਨੂੰ ਤੁਸੀਂ ਵੋਟ ਪਾਣੀ ਹੈਗੀ। ਭਾਈ ਇਸ ਇਸ਼ੂ ਦੇ ਉੱਤੇ ਘੱਟੋ ਘੱਟ ਤੂੰ ਸਾਡੇ ਨਾਲ ਖੜੀ, ਜੇ ਖੜ ਨਹੀਂ ਸਕਦਾ ਘੱਟੋ ਘੱਟ ਚੁੱਪ ਰਹੀ ਉਸ ਇਸ਼ੂ ਦੇ ਉੱਤੇ, ਠੀਕ ਹੈ ਕਿ ਨਹੀਂ। ਸੋ ਤੁਸੀਂ ਇਹ ਵੀ ਨਹੀਂ ਕਿਸੇ ਨੂੰ ਕਹਿ ਸਕਦੇ ਨਹੀਂ ਭਾਈ ਜੀ ਜੇ ਤੁਸੀਂ ਸਾਡੀ ਕਰਾਂਗੇ ਤਾਂ ਹੀ ਅਸੀਂ ਸਪੋਰਟ ਕਰਨੀ, ਕਿਉਂਕਿ ਇੱਥੇ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਆ। ਅਗਲਿਆਂ ਨੇ ਵੋਟਾਂ ਦੇਖਣੀਆਂ, ਜਿਹੜੇ ਪੋਲੀਟੀਸ਼ੀਅਨ ਆ, ਮੈਨੂੰ ਵੋਟਾਂ ਕਿੱਧਰੋਂ ਮਿਲਣੀਆਂ ਹਨਾ। ਬਾਅਦ ਦੇ ਵਿੱਚ ਕੀ ਹੁੰਦਾ ਆ, ਉਹ ਜਿਸ ਤਰ੍ਹਾਂ ਆਪਾਂ ਐਨਾ ਕੈਬਲੇਰੋ ਦਾ ਨਾਮ ਦੱਸ ਰਹੇ ਆ, ਉਸੇ ਤਰ੍ਹਾਂ ਆਪਾਂ ਉਹਨਾਂ ਪੋਲੀਟੀਸ਼ੀਅਨਾਂ ਦਾ ਨਾਮ ਵੀ ਦੱਸਾਂਗੇ ਵੀ ਭਾਈ ਇਹ ਹੁਣ ਸਾਡੇ ਨਾਲ ਖੜ ਨਹੀਂ ਰਹੇ ਹੈਗੇ, ਪੋਲੀਟੀਸ਼ੀਅਨ ਆ, ਗਾਹਾਂ ਨੂੰ ਇਹਨਾਂ ਨੂੰ ਨਾ ਵੋਟਾਂ ਪਾਇਓ। ਸੋ ਇਸ ਗੱਲ ਦਾ ਧਿਆਨ ਰੱਖੋ। ਸੋ ਇੱਕ ਵਾਰੀ ਫੇਰ the main thing is to keep the main thing TNR ਟ੍ਰਾਂਸਨੈਸ਼ਨਲ ਰਿਪਰੈਸ਼ਨ ਸਭ ਤੋਂ ਮੇਨ ਮੁੱਦਾ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜੋ ਸਿੱਖਾਂ ਬਾਰੇ ਗਲਤ ਪ੍ਰਚਾਰ ਕੀਤਾ ਆ, ਉਸ ਨੂੰ ਉਭਾਰੋ, ਉਸ ਨੂੰ ਐਕਸਪੋਜ਼ ਕਰੋ, ਤਾਂ ਕਿ ਪੂਰੇ ਜਿਹੜੇ ਪੋਲੀਟੀਸ਼ੀਅਨ ਆ, ਦੁਨੀਆ ਦੇ ਲੋਕ ਆ, ਅਮਰੀਕਾ ਦੇ, ਉਹਨਾਂ ਨੂੰ ਪਤਾ ਲੱਗ ਸਕੇ ਵੀ ਇਹ ਗਲਤ ਇਨਫੋਰਮੇਸ਼ਨ ਜੋ ਭਾਰਤ ਦੇ ਵਿੱਚ ਸਿੱਖਾਂ ਦੇ ਖਿਲਾਫ ਭਾਰਤ ਦਾ ਮੀਡੀਆ ਫੈਲਾਉਂਦਾ ਆ, ਉਹ ਸੇਮ ਚੀਜ਼ ਉਹ ਇੱਥੇ ਕਰਨ ਜਾ ਰਹੇ ਆ। ਜੇ ਆਪਾਂ ਚੁੱਪ ਬੈਠੇ ਰਹੇ ਤੇ ਉਹਦੇ 'ਚ ਉਹ ਕਾਮਯਾਬ ਹੋ ਜਾਣਗੇ।
ਜਿੱਥੇ ਵੀ ਜਿਹਦਾ ਵੀ ਬੱਸ ਚੱਲਦਾ, ਜੋ ਵੀ ਕਰ ਸਕਦਾ ਉਹ ਬਿਲਕੁਲ ਜ਼ਰੂਰ ਕਰੋ। ਇਹ ਨਾ ਹੋਵੇ ਵੀ ਤੁਸੀਂ ਚੁੱਪ ਬੈਠੇ ਰਹੋ, ਕਾਲਾਂ ਜ਼ਰੂਰ ਕਰੋ, ਕਿਉਂਕਿ ਹੁਣ ਇਲੈਕਸ਼ਨ ਆ, ਤੁਹਾਡੇ ਘਰ ਬੈਲਟ ਆ ਗਏ ਹੈਗੇ ਆਲਰੇਡੀ। ਇਹ 'ਚ ਕੋਈ ਫਰਜ਼, ਕਿਉਂਕਿ ਇਹਨਾਂ ਦਾ ਕੀ ਆ ਵੀ ਜਦੋਂ ਤੁਸੀਂ ਉਹਨਾਂ ਦੇ ਆਫਿਸ ਕਾਲ ਕਰਦੇ ਆ ਨਾ, ਉਹ ਤੁਹਾਨੂੰ ਪੁੱਛਦੇ ਆ ਵੀ ਮੇਰਾ ਨਾਂ, ਹਾਂ ਮੈਂ ਹਰਜੋਤ ਸਿੰਘ ਆ, ਮੈਂ ਇਸ ਐਡਰੈਸ ਤੇ ਰਹਿੰਦਾ ਆ, ਤੇ ਮੇਰਾ ਆਹ ਇਸ਼ੂ ਹੈਗਾ। ਸੋ ਉਹਨੂੰ ਕਾਊਂਟ ਕਰਦੇ ਆ, ਉਹਨੂੰ ਲਿਖ ਕੇ ਰੱਖਦੇ ਆ, ਇਹ ਰੈਕਡ ਆ, ਇਹ ਇੰਡੀਆ ਨਹੀਂ ਕੋਈ ਚੱਕ ਕੇ ਪਰੇ ਮਾਰ ਦੇਣਾ। ਸੋ ਉਹਨਾਂ ਦੇ ਜੇ ਹਜ਼ਾਰਾਂ ਦੇ ਹਿਸਾਬ ਨਾਲ ਕਾਲਾਂ ਜਾਊਗੀਆਂ, ਸੋ ਉਸ ਪੋਲੀਟੀਸ਼ੀਅਨ ਨੂੰ ਪਤਾ ਹੋਊਗਾ ਵੀ ਮੇਰੇ ਜਿਹੜੇ ਕੌਂਸਟੀਚੁਐਂਟਸ ਹੈਗੇ ਆ, ਉਹਨਾਂ ਦਾ ਮੇਨ ਕੰਸਰਨ ਕੀ ਹੈਗਾ ਆ। ਸੋ ਇਹ ਜ਼ਰੂਰ ਪਲੀਜ਼ ਹਰ ਇੱਕ ਜਿਹਨੂੰ ਵੀ ਵੋਟ ਪਾਣੀ ਆ, ਉਹਦੇ ਨਾਲ ਇਹ ਜਿਹੜੇ 2 ਇਸ਼ੂ ਆ, ਇਹਨਾਂ ਦੇ ਉੱਤੇ ਜ਼ਰੂਰ ਗੱਲਬਾਤ ਕਰੋ। ਜੀ ਬਿਲਕੁਲ, ਤੇ ਨਾਲ ਹੀ